बाबा बाला जी आखण लगे, महाराज बचपन विच सन, मेहता कालू जी अपने फरजंद गुरु नानक साहिब नूं गोद विच बिठाउंदे ने, मत्था चुम के एक बचन करदे ने। गुर प्रताप सूरज ग्रंथ पढ़िओ, ਉਹਦਾ ਹਿੱਸਾ ਨਾਨਕ ਪ੍ਰਕਾਸ਼ ਉਹਦੇ ਅੰਦਰ। ਕਵੀ ਰਾਜ ਸੰਤੋਖ ਸਿੰਘ ਜੀ ਲਿਖਦੇ ਨੇ, ਕਸ਼ੁਕ ਦਿਵਸ ਬੀਤੇ ਅਸ ਰੀਤੀ, ਏਕ ਸਮੇਂ ਕਾਲੂ ਕਰ ਪ੍ਰੀਤੀ। ਅੰਕ ਵਿਛਾਏ ਸੀਸ ਕਰ ਫੇਰਾ, ਸੁੰਗਤ ਮਸਤਕ ਆਨੰਦ ਘਨੇਰਾ। ਮੱਥਾ ਝੁੰਮਿਆ ਔਰ ਇਹ ਬਚਨ ਕਿਹਾ ਹੈ, ਐ ਨਾਨਕ ਜੇ ਸੰਸਾਰ ਵਿੱਚ ਧਿਆਨ ਲਾਓਗੇ ਤੇ ਤੁਹਾਡਾ ਮਨ ਲੱਗੇਗਾ, ਮਨ ਪਰਚੇਗਾ। ਸੰਸਾਰ ਵਾਲਾ ਕਰਮ ਕਰਨਾ ਪਵੇਗਾ। ਜੇ ਸੰਸਾਰ ਵਾਲਾ ਕਰਮ ਹੀ ਨਹੀਂ ਕਰਨਾ ਤੇ ਤੁਹਾਡਾ ਮਨ ਕਿਵੇਂ ਦੁਨੀਆ ਵਿੱਚ ਲੱਗੇਗਾ। ਤੁਸੀਂ ਮੇਰੇ ਘਰ ਦੇ ਇਕੱਲੇ ਵਾਰਸ ਹੋ। ਇੱਦਾਂ ਬਹਿ ਕੇ ਚੌਂਕੜਾ ਲਾ ਕੇ ਗੁਜ਼ਾਰਾ ਕਿਵੇਂ ਹੋਵੇਗਾ। ਤੁਹਾਨੂੰ ਚਾਹੀਦਾ ਹੈ ਕੋਈ ਮੁਸ਼ੱਕਤ ਘਾਲੋ, ਕੋਈ ਮਿਹਨਤ ਕਰੋ, ਰੋਜ਼ੀ ਰੋਟੀ ਦਾ ਪ੍ਰਬੰਧ ਆਉਣ ਵਾਲੇ ਸਮੇਂ ਲਈ ਕਰੋ। ਆਪਣੇ ਘਰ ਬੜੇ ਨੌਕਰ ਨੇ, ਰੋਜ਼ ਡੰਗਰ ਚਾਰਨ ਜਾਂਦੇ ਨੇ, ਉਹ ਘਰ ਦਾ ਕੋਈ ਕਰਮ ਕਰ ਲੈਣਗੇ। ਤੁਸੀਂ ਇੱਦਾਂ ਕਰੋ, ਡੰਗਰ ਚਰਾ ਲਿਆਓ, ਆਪ ਚਲੇ ਜਾਓ, ਤੁਹਾਡਾ ਮਨ ਪਰਚੇਗਾ। ਜੇ ਡੰਗਰ ਚਰਨਗੇ ਉਹ ਚੰਗਾ ਚੋਖਾ ਦੁੱਧ ਦੇਣਗੇ ਤੇ ਦੁੱਧ ਨੂੰ ਵੇਚ ਕੇ 4 ਪੈਸੇ ਖੱਟੋਗੇ, ਤੁਹਾਡੀ ਆਮਦਨ ਵੱਧ ਜਾਏਗੀ ਤੇ ਫਿਰ ਹੋਰ ਡੰਗਰ ਪਾ ਕੇ ਇਹੀ ਕਿਰਤ ਤੁਸੀਂ ਕਰ ਲੈਣਾ। ਹੁਣ ਮਹਾਰਾਜ ਨੂੰ ਇਹ ਹੁਕਮ ਕੀਤਾ ਪਿਤਾ ਨੇ। ਗੁਰੂ ਨਾਨਕ ਸਾਹਿਬ ਹੱਥ ਜੋੜ ਕੇ ਕਹਿੰਦੇ, ਠੀਕ ਹੈ ਪਿਤਾ ਜੀ, ਸਵੇਰ ਤੋਂ ਡੰਗਰ ਚਾਰਨ ਮੈਂ ਜਾਇਆ ਕਰਾਂਗਾ। ਰੱਸੇ ਖੋਲੇ ਡੰਗਰਾਂ ਦੇ, ਲੈ ਕੇ ਚੱਲ ਪਏ ਨੇ ਚਾਰਨ ਦੇ ਲਈ। ਸ਼ਾਮਾਂ ਤੱਕ ਡੰਗਰ ਚਰਦੇ ਰਹੇ ਤੇ ਆਪ ਚੌਂਕੜਾ ਲਾ ਕੇ ਨਿਰਗੁਣ ਦੀ ਯਾਦ ਵਿੱਚ ਅੰਤਰ ਧਿਆਨ ਰਹੇ। ਵਾਪਸ ਆਏ ਸ਼ਾਮਾਂ ਨੂੰ। ਪਿਤਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਵੀ ਅੱਜ ਲੱਗਦਾ ਨਾਨਕ ਦੀ ਉਦਾਸੀ ਦੂਰ ਹੋ ਗਈ ਹੈ। ਸੰਸਾਰੀ ਕਰਮ ਕਰਕੇ ਆਏ ਨੇ। ਅਗਲੇ ਦਿਨ ਫਿਰ ਡੰਗਰ ਲੈ ਕੇ ਗਏ ਨੇ, ਰੱਸੇ ਖੋਲੇ ਡੰਗਰਾਂ ਦੇ, ਆਪ ਚੌਂਕੜਾ ਲਾ ਕੇ ਬਹਿ ਗਏ ਨੇ ਇਕਾਂਤ ਵਿੱਚ। ਤੇ ਡੰਗਰਾਂ ਵੇਂਦਿਆਂ ਵੇਂਦਿਆਂ ਇੱਕ ਕਿਸਾਨ ਦੀ ਕਣਕ ਚਰ ਲਈ। ਸਾਰਾ ਖੇਤ ਚਰ ਗਏ। ਖੇਤਾਂ ਦੇ ਮਾਲਕ ਨੇ ਵੇਖਿਆ ਵੀ ਡੰਗਰ ਚਰਦੇ ਪਏ ਨੇ, ਬੜਾ ਰੌਲਾ ਪਾਇਆ, ਸ਼ੋਰ ਪਾਇਆ। ਮੈਂ ਬੜੀ ਮੁਸ਼ੱਕਤ ਦੇ ਨਾਲ, ਮਿਹਨਤ ਦੇ ਨਾਲ ਕਣਕ ਹਰੀ ਭਰੀ ਕੀਤੀ ਸੀ। ਇਹ ਕਿਸ ਢੀਠ ਦੇ ਡੰਗਰ ਨੇ ਜਿਨ੍ਹਾਂ ਮੇਰੀ ਫਸਲ ਦਾ ਉਜਾੜਾ ਕੀਤਾ ਹੈ। ਰੌਲਾ ਸੁਣ ਕੇ ਗੁਰੂ ਨਾਨਕ ਸਾਹਿਬ ਸਹਿਜ ਸਮਾਧੀ ਚੋਂ ਉੱਠੇ ਤੇ ਆਪਣੇ ਡੰਗਰ ਹਿੱਕ ਕੇ ਘਰ ਵੱਲ ਨੂੰ ਤੁਰਨ ਲੱਗੇ ਤੇ ਕਿਸਾਨ ਨੇ ਘੇਰ ਲਿਆ ਵੀ ਹੁਣ ਇੱਦਾਂ ਨਹੀਂ ਜਾਣ ਦੇਣਾ ਤੈਨੂੰ। ਮੇਰੀ ਫਸਲ ਦਾ ਇੱਕ ਸਿੱਟਾ ਵੀ ਨਹੀਂ ਸਾਬਤ, ਉਜਾੜਾ ਕੀਤਾ ਹੈ ਤੇਰੇ ਡੰਗਰਾਂ ਨੇ। ਮੈਂ ਹੁਣ ਹਾਕਮ ਰਾਏ ਬਲਾਰ ਦੇ ਦਰਬਾਰ ਵਿੱਚ ਤੁਹਾਨੂੰ ਲੈ ਕੇ ਜਾਵਾਂਗਾ, ਤੁਹਾਨੂੰ ਹਰਜਾਨਾ ਭਰਨਾ ਪਵੇਗਾ। ਸਭ ਕਿਦਾਰ ਕੋ ਭਰਹੋ ਉਜਾਰਾ, ਨਤੁਰ ਚਲੋ ਟਿਗਰਾਏ ਬੁਲਾਰਾ। ਜੇ ਇੱਥੇ ਹੀ ਨਿਬੇੜਨਾ ਹੈ ਤੇ ਪੈਸੇ ਦੇ ਦਿਓ ਫਸਲ ਦੇ, ਨਹੀਂ ਤੇ ਫਿਰ ਦਰਬਾਰ ਰਾਏ ਬੁਲਾਰ ਦਾ ਲੱਗਾ ਹੈ, ਉੱਥੇ ਪੇਸ਼ ਹੋਣਾ ਪਵੇਗਾ। ਹੁਣ ਰਾਏ ਬੁਲਾਰ ਹਾਕਮ ਹੈ ਉੱਥੋਂ ਦਾ, ਉਹਦੇ ਦਰਬਾਰ ਵਿੱਚ ਗਏ ਨੇ। ਰਾਏ ਬੁਲਾਰ ਨੂੰ ਸ਼ਿਕਾਇਤ ਕੀਤੀ, ਜੀ ਤੁਹਾਡੇ ਪਟਵਾਰੀ ਮਹਿਤਾ ਕਾਲੂ ਚੰਦ ਦੇ ਫਰਜ਼ੰਦ ਦੇ ਡੰਗਰਾਂ ਨੇ ਮੇਰਾ ਖੇਤ ਉਜਾੜ ਦਿੱਤਾ ਹੈ, ਭਰਪਾਈ ਕਰਵਾਓ ਮੇਰੀ ਫਸਲ ਦੀ। ਰਾਏ ਬੁਲਾਰ ਦੇ ਸਿਪਾਹੀ ਗਏ, ਰਾਜੇ ਦੇ ਹੁਕਮ ਵਿੱਚ ਮਹਿਤਾ ਕਾਲੂ ਜੀ ਨੂੰ ਲੈ ਆਏ। ਸਾਰੀ ਗੱਲਬਾਤ ਦੱਸੀ ਗਈ। ਮਹਿਤਾ ਕਾਲੂ ਜੀ ਬੜੇ ਉਦਾਸ ਹੋਏ ਵੀ ਕੋਈ ਵੀ ਕਰਮ ਕਰਨ ਇਹਨਾਂ ਨੂੰ ਭੇਜਦਾ, ਇਹ ਵਿਗਾੜ ਕੇ ਹੀ ਆਉਂਦੇ ਨੇ। ਰਾਏ ਬੁਲਾਰ ਨੇ ਵੀ ਝਿੜਕਿਆ ਹੈ ਮਹਿਤਾ ਕਾਲੂ ਨੂੰ ਵੀ ਇੰਨੇ ਨੌਕਰ ਨੇ, ਅਮੀਰ ਹੈ ਤੂੰ,
तेरा फरजंद बड़े नेक सुभाਅ दा सीधा सादा इंसान है और संसारी कार व्यवहार विच नहीं जुड़दा, वो रब नाल जुड़िया रहिंदा है। तू क्यों फिर उसनूं संसारी कर्म करवाउणा है? अगां तो ख्याल रखी। ते ये किसान दा जिहड़ा नुकसान होया पर गुरु नानक साहिब दे गलूए चों बोल प्रगट होए, कहिंदे हाकम राए बुलार जी पिता नूं क्यों झिड़कदे हो? असल विच बात यह है भी इस किसान दी फसल उजड़ी नहीं है। जे उजड़ी होई ते हरजाना भर देंगे, पर एक सिट्टा भी इहदा तुहानूं उजड़िया नहीं मिलेगा। किसान ने पाया रौला, कहंदा झूठ मारदे ने शरेआम। मैं अखीं वेखे ने इन्हां दे पशु मेरी फसल नूं चरदे होए। ये कहंदा है एक सिट्टा भी नहीं उजाड़िया। मैं कहना भी एक सिट्टा भी साबित नहीं छड्डिया डंगरां ने। राए बुलार संशे विच पै गया भी ये की गल है। अपने नौकरां नूं कहंदा भी जाओ इस किसान दे खेतां विच जाके देख आओ भी कितना क नुकसान होया है। नौकर वेखण गए, वापस मुड़े ने आए, राय सो बात जनाई, मैं हेरी फिर के चहो घाई। नौकर कहंदा राय बुलार जी, हाकम जी मैं सारी फसल देख के आया हाँ। नानक ठीक आखदा है, इस किसान दी फसल दा एक सिट्टा भी नहीं टुटिया। फसल ते हरी भरी खलोती है और इथों तक ये किसान कहंदा है भी डंगरां ने लताड़ दित्ती है फसल। उहदे खेतां विच किसे भी डंगर दे खुर दा निशान तक नहीं है। वो किसान बड़ा हैरान होया है भी ये की कह रहा है नौकर। दंग रह गया किसान, कहंदा मैं देखदा जाके। जदों आप जाके नज़र मारी ते ਜਿਹੜੀ खेती पशु चर गए सन, उस कणक दे सिट्टे अगे नालों भी भारे ते प्रफुल्लत ने। ਇਹ गुरु नानक दी अजमत है, गुरु नानक दी करामात है। गुरु ग्रंथ साहिब कहंदे अखुट खजाना सतगुर दिया, तोट नहीं रे मूके। जदों गुरु खजाने बख्शदा है फिर कहंदे तोट नहीं आउंदी। फिर कहंदे ने कदे भी घाटा नहीं पैंदा। गुरु नानक दी ऐसी अजमत है। गरीब गुरबे ते सदा ही वो परोपकार करते ने, सदा ही वो झोलियां